बिल्कुल जदों असल 'च सरकारां बनदियां ने ते सरकारां बहुत ਵੱਡੇ वादे करदियां ने लोकां नाल। उदों तां जो मर्जी वादा करा लो क्योंकि वोट ही लैनी है। इक्को एक गल है कि सत्ता किवें हासिल करनी है। जिवें 4 ਵੱਡੇ वादे तां जिहड़े बिल्कुल ही फसे खड़े ने जिहदे ते लोक बार-बार पुछदे ने कि कित्थे ने। गुरु ग्रंथ साहिब की बेअदबी का मुद्दा दोषियों नूं फड़न का सवाल सी। नशिਆਂ ਦਾ ਉਹ ਕਹਿ ਰਹੇ ਸੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦਿੱਤਾ ਜਾਏਗਾ। ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕਰਨ ਵਾਲਾ ਜਿਹੜਾ ਵਾਅਦਾ ਸੀ ਕਿ ਚਾਹੇ ਉਹ ਪ੍ਰਾਈਵੇਟ ਕਰਜ਼ਾ ਹੈ, ਸਹਿਕਾਰੀ ਕਰਜ਼ਾ ਹੈ, ਬੈਂਕਾਂ ਦਾ ਕਰਜ਼ਾ ਹੈ, ਜਿਹੜਾ ਵੀ ਮਰਜ਼ੀ ਘਰ ਨੌਕਰੀ ਦਾ ਜਿਹੜਾ ਸਵਾਲ ਹੈ ਨੌਜਵਾਨਾਂ ਨੂੰ ਕਿ ਤੁਸੀਂ ਸਾਂਭ ਕੇ ਰੱਖਿਓ, ਘਰ ਨੌਕਰੀ ਦੇਵਾਂਗੇ, ਉਹ ਸਾਰੇ ਇਹਦੇ ਨਾਲ ਹੋਰ ਬਹੁਤ ਵਾਅਦੇ ਸੀ। ਹੁਣ ਦੂਜੀ ਗੱਲ ਇਹ ਸੀ ਕਿ ਕਾਂਗਰਸੀਆਂ ਨੇ ਇਹ ਸੋਚਿਆ कि अमरिंदर सिंह के चेहरे दे नूं लैके जेकर अगली इलैक्शन च जावांगे तो लोग ये सवाल पुछणगे कि तुहाने की कीता। तो एक मेरा ख्याल है हाई कमांड नाल मिल के समेत राहुल गांधी की इन्वॉल्वमेंट है, नवजोत सिद्धू आउंदा है, बाकी दे लोग आउंदे ने सब ने कि अमरिंदर सिंह नूं पासे कर दो, कहांगे साडी सरकार बना दो, साडे ते भरोसा करो अगले 5 साल ते असीं तुहानूं ठीक करके देंगे। तो वो मंत्री भी जोड़े 4.5 साल अमरिंदर सिंह के नाल रहे तो जोड़े मंत्रियों को पूरी ताकत दी गई, आपो अपने डिपार्टमेंटों के मलाई छकी है सब ने, तो वो भी कहन लगे भी अमरिंदर सिंह दोषी है कि देखो असी एक अदालत को दिता है। तो यदा मतलब वो जोड़ा भावना एकदम वापस किमें लै सकते हो, ये पंगा खड़ा हो गया। तो पंगा खड़ा हो गया कि नवजोत सिद्धू को जोड़ा ये नज़र आता सी कि चीफ मिनिस्टर मेरे मुताबिक ही चलेगा, बंद हो गया। तो फिर सामने आ गई नवीं लड़ाई च नवजोत सिद्धू का अस्तीफा। पर नाल दी नाल नवजोत सिद्धू ते भी तो एक अखलाकी सवाल उठदा, तू अपना स्ट्रैटजिकल अफेयर एडवाइजर जिहड़ा मुहम्मद मुस्तफा नूं ला रहे हैं, उन्हें किन्ने मुंडे मारे ने पंजाब दे विच और किस लैवल का सिस्टम है उन्होंने भी तो सवाल ने। फिरोजपुर के किन्ने बंदे इक्को दिन च प्रवासी मजदूर भी कई सी, उन्होंने दिनों च खबरां छपियां किन्ने बंदे कढ़ मारे। तो मॉरल अखलाक कित्थे गया जे तेरा इस लैवल का। हाँ उहदी इमेज एक गल करके है, एक कॉरीडोर मेन गल है। दूजा ये है कि परसनली जी करप्शन का एक क्वेश्चन होंगे कि भी वो एलीगेशन नहीं, वह पैसा होरों किधरों अपने वो चो आया, चाहे वह क्रिकेटर से, चाहे वह लापर चैनल से सी, चाहे जोड़ा मर्जी से। ये दो दे प्लस पंजाब दे अंदर 2022 विधान सभा ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਸੱਤਾ ਦਾ ਤਾਜ ਹੈ, ਕੁਰਸੀ ਹੈ ਜਿਹੜੀ ਉਸ ਨੂੰ ਹਾਸਲ ਕਰਨ ਲਈ, ਰਾਜ ਭਾਗ ਪ੍ਰਾਪਤ ਕਰਨ ਲਈ ਜਿਹੜੇ ਸਾਰੇ ਹੱਥ ਕੰਡੇ ਜਿਹੜੇ ਨੇ ਅਪਣਾਏ ਜਾ ਰਹੇ ਨੇ। ਭਾਵੇਂ ਕਿ ਰਾਜਨੀਤੀ ਨੂੰ ਇੱਕ ਸਮਾਜਿਕ ਸੇਵਾ ਦਾ ਜਿਹੜਾ ਕਹਿ ਕੇ ਇਸ ਖੇਤਰ ਵਿੱਚ ਆਇਆ ਜਾਂਦਾ ਹੈ, ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾਂਦੇ ਨੇ ਕਿ ਸਾਰੇ ਕਾਨੂੰਨ ਹੈ, ਭਾਵੇਂ ਕੋਈ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੇ, ਸਾਰਿਆਂ ਨੂੰ ਛਿੱਕੇ ਟੰਗ ਕੇ ਸਿਰਫ ਤੇ ਸਿਰਫ ਕੁਰਸੀ ਦੀ ਪ੍ਰਾਪਤੀ ਲਈ ਪੰਜਾਬ ਦੇ ਵਿੱਚ ਇੱਕ ਜੇਕਰ ਕਾਂਗਰਸ ਦੀ ਗੱਲ ਕਰੀਏ ਸਿਆਸੀ ਅਸਥਿਰਤਾ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਅਰਵਿੰਦ ਕੇਜਰੀਵਾਲ ਵੀ ਲਗਾਤਾਰ ਜਿਹੜਾ ਪੰਜਾਬ ਦੇ ਅੰਦਰ ਆ ਰਹੇ ਨੇ। ਅਕਾਲੀ ਦਲ ਨੇ ਵੀ 100 ਦਿਨ ਦੀ ਯਾਤਰਾ ਜਿਹੜੀ ਹੈ ਸੁਖਬੀਰ ਬਾਦਲ ਨੇ ਸ਼ੁਰੂ ਕੀਤੀ ਸੀ, ਪਰੰਤੂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਉਹ ਜਿਹੜੀ ਯਾਤਰਾ ਉਹ ਬੰਦ ਕੀਤੀ ਗਈ ਹੈ। ਸੋ ਜਿਹੜਾ ਸਮੁੱਚਾ ਪੰਜਾਬ ਦੇ ਹਾਲਾਤ ਨੇ ਜਿਹੜੇ ਉਹਨਾਂ ਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ, ਜਿਹੜੇ ਇਹਨਾਂ ਮਾਮਲਿਆਂ 'ਤੇ ਡੂੰਘੀ ਸਮਝ ਰੱਖਦੇ ਨੇ ਔਰ ਇਸ ਦੇ ਪਿੱਛੇ ਦੀ ਕੀ ਕਹਾਣੀ ਹੈ ਉਸ ਦੇ ਬਾਰੇ ਵੀ ਆਪਾਂ ਨੂੰ ਦੱਸਣਗੇ। ਸਭ ਤੋਂ ਪਹਿਲਾਂ ਔਨ 에ਅਰ 'ਤੇ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਕਿਵੇਂ ਦੇਖਦੇ ਹੋ ਪੰਜਾਬ ਦਾ ਜਿਹੜਾ ਮਾਹੌਲ ਹੈ, ਭਾਵੇਂ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਉਹ ਲਾ ਕੇ ਉਸ ਤੋਂ ਬਾਅਦ ਨਵਜੋਤ ਸਿੱਧੂ ਪ੍ਰਧਾਨ ਬਣਾਏ ਜਾਂਦੇ ਨੇ, ਉਸ ਤੋਂ ਬਾਅਦ ਨਵੀਂ ਕੈਬਨਿਟ ਜਿਹੜੀ ਉਹ ਬਣਦੀ ਹੈ, ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹ ਵੀ ਚਰਚਾਵਾਂ ਨੇ ਕਿ ਇੱਕ ਨਵੀਂ ਪਾਰਟੀ ਬਣਾ ਸਕਦੇ ਨੇ। ਤੇ ਜਿਹੜਾ ਪੂਰਾ ਪੰਜਾਬ ਦਾ ਮਾਹੌਲ ਹੈ ਜਾਂ ਕਾਂਗਰਸ ਦੇ ਵਿੱਚ ਜੋ ਵੀ ਹੋ ਰਿਹਾ ਹੈ, ਇਹ ਸਾਰੇ ਮਾਹੌਲ ਨੂੰ ਤੁਸੀਂ ਕਿਵੇਂ ਦੇਖਦੇ ਹੋ? बिल्कुल जदों असल च सरकारां बनदियां ने तो सरकारां बहुत ਵੱਡੇ वादे करदियां ने लोकां नाल। उदों तां जो मर्जी वादा करा लो क्योंकि वोट ही लैनी है। इक्को एक गल है कि सत्ता किवें हासिल करनी है।
ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤ ਵੱਡੇ ਵਾਅਦੇ ਕੀਤੇ ਸੀ ਲੋਕਾਂ ਨਾਲ। ਉਹਦੀ ਅਗਵਾਈ 'ਚ ਕਾਂਗਰਸ ਨੇ, ਮਤਲਬ ਕੱਲਾ ਅਮਰਿੰਦਰ ਨਹੀਂ, ਕਾਂਗਰਸ ਵੀ ਤਾਂ ਨਾਲ ਸ਼ਾਮਲ ਹੈ ਤਾਂ ਹੀ ਹੈ। ਜਿਵੇਂ 4 ਵੱਡੇ ਵਾਅਦੇ ਤਾਂ ਜਿਹੜੇ ਬਿਲਕੁਲ ਹੀ ਫਸੇ ਖੜੇ ਨੇ, ਜਿਹਦੇ ਤੇ ਲੋਕ ਬਾਰ-ਬਾਰ ਪੁੱਛਦੇ ਨੇ ਕਿ ਕਿੱਥੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਦੋਸ਼ੀਆਂ ਨੂੰ ਫੜਨ ਦਾ ਸਵਾਲ ਸੀ। ਨਸ਼ਿਆਂ ਦਾ ਉਹ ਕਹਿ ਰਹੇ ਸੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦਿੱਤਾ ਜਾਏਗਾ। ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕਰਨ ਵਾਲਾ ਜਿਹੜਾ ਵਾਅਦਾ ਸੀ ਕਿ ਚਾਹੇ ਉਹ ਪ੍ਰਾਈਵੇਟ ਕਰਜ਼ਾ ਹੈ, ਸਹਿਕਾਰੀ ਕਰਜ਼ਾ ਹੈ, ਬੈਂਕਿੰਗ ਦਾ ਕਰਜ਼ਾ ਹੈ, ਜਿਹੜਾ ਵੀ ਮਰਜ਼ੀ ਹੈ। ਤੇ ਇਹਦੇ ਨਾਲ ਦੀ ਨਾਲ ਘਰ ਘਰ ਨੌਕਰੀ ਦਾ ਜਿਹੜਾ ਸਵਾਲ ਹੈ ਨੌਜਵਾਨਾਂ ਨੂੰ ਕਿ ਤੁਸੀਂ ਸਾਂਭ ਕੇ ਰੱਖਿਓ, ਘਰ ਘਰ ਨੌਕਰੀ ਦੇਵਾਂਗੇ, ਉਹ ਸਾਰੇ ਇਹਦੇ ਨਾਲ ਹੋਰ ਬਹੁਤ ਵਾਅਦੇ ਸੀਗੇ। ਪਰ ਇਹਨਾਂ 'ਚੋਂ ਕੋਈ ਵੀ ਵਾਅਦਾ, ਮਤਲਬ ਜੇ ਆਪਾਂ ਕਹੀਏ ਸ਼ੁਰੂਆਤ 1-2 ਦੀ ਥੋੜ੍ਹੀ ਜਿਹੀ ਹੋਈ, ਪਰ ਕੋਈ ਸਿਰੇ ਲੱਗਣ ਦਾ ਸਵਾਲ ਹੀ ਨਹੀਂ ਸੀ। ਵੈਸੇ ਤਾਂ ਇਹ ਵਾਅਦਿਆਂ 'ਚੋਂ ਕੁਝ ਤਾਂ ਇਹੋ ਜਿਹੇ ਨੇ ਜਿਹੜੇ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਵੀ ਪਤਾ ਹੋਣਾ ਕਿ ਸਿਰੇ ਨਹੀਂ ਲੱਗਣਾ ਤੇ ਇਸ ਲੈਵਲ ਤੇ। ਇਹਦੇ ਤੋਂ ਬਿਨਾਂ ਵੀ ਜਿਹੜੀ 4.5 ਸਾਲ ਦੀ ਇੱਕ ਸਰਕਾਰ ਰਹੀ ਸੀ, ਉਹਦਾ ਜਿਹੜਾ ਪ੍ਰਸ਼ਾਸਨਿਕ ਐਂਗਲ ਸੀ, ਗਵਰਨੈਂਸ ਦਾ ਜਿਹੜਾ ਸਵਾਲ ਸੀ, ਉਹਦੇ ਤੇ ਸਵਾਲ ਲਗਾਤਾਰ ਉੱਠਦੇ ਆ ਰਹੇ ਨੇ। ਖੁਦ ਕਾਂਗਰਸ ਦੇ ਅੰਦਰੋਂ ਹੀ ਪਹਿਲਾਂ ਜਿਹੜੇ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਸੀ ਪੰਜਾਬ ਦੇ, ਉਹ ਲਗਾਤਾਰ ਕਹਿੰਦੇ ਰਹੇ, ਓਪਨਲੀ ਵੀ ਕਹਿੰਦੇ ਰਹੇ ਕਿ ਕਾਂਗਰਸ ਦੀ ਸਰਕਾਰ ਸਾਨੂੰ ਲੱਗਦੀ ਉਹ ਨਹੀਂ, ਅਫਸਰ ਅੱਜ ਵੀ ਅਕਾਲੀਆਂ ਦੀ ਸੁਣਦੇ ਨੇ, ਫਲਾਨਾ ਕਰਦੇ ਨੇ, ਮਤਲਬ ਇਹ ਦੋਸ਼ ਮੁਕਤ ਨਹੀਂ ਹੋਈ। ਐਕਚੁਅਲੀ ਇਹਦਾ ਮੁਕਾਬਲਾ ਹੋਣ ਲੱਗ ਗਿਆ ਅਮਰਿੰਦਰ ਸਿੰਘ ਦੀ 2002 ਤੋਂ 2007 ਦੀ ਸਰਕਾਰ ਨਾਲ। ਉਦੋਂ ਫਿਰ ਵੀ ਕੁਝ ਫੈਸਲੇ ਹੋਏ ਸੀ, ਪਾਣੀਆਂ ਦੇ ਮਾਮਲੇ ਤੇ ਕਾਨੂੰਨ ਬਣ ਗਿਆ, ਉਹਦੇ ਤੇ ਇਹ ਲੱਗਣ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਦੇਖੋ ਜੀ ਫੈਸਲਾ ਲੈ ਸਕਦਾ, ਦਲੇਰ ਹੈ। BT ਕਾਟਨ ਲਿਆਂਦੀ, ਕਾਟਨ ਮਰ ਰਹੀ ਸੀ ਬੁਰੀ ਤਰ੍ਹਾਂ, ਲੋਕਾਂ ਨੂੰ ਲੱਗਿਆ ਕਿ ਇਹਦੇ ਨਾਲ ਚਲੋ ਠੀਕ ਹੋ ਗਿਆ। ਔਰ 10 ਜਿਹੜੇ ਸੀਜ਼ਨ ਆਏ ਉਹਨਾਂ ਦੇ ਵਿੱਚ ਵੀ ਮਤਲਬ ਫਸਲ ਦਾ ਕੋਈ ਸਮੱਸਿਆ ਨਹੀਂ ਆਈ, ਵਿਕਣ ਦੀ ਕੁਝ ਚੀਜ਼ਾਂ ਸੀ ਇਹੋ ਜਿਹੀਆਂ। ਤੇ ਗਵਰਨੈਂਸ ਦੇ ਪੱਧਰ ਤੇ ਥੋੜ੍ਹੀ ਲੱਗਦਾ ਸੀ ਵੀ ਸ਼ਾਇਦ ਐਤਕੀ ਕੋਈ ਪਰਫਾਰਮੈਂਸ, ਕੋਈ ਕਾਰਗੁਜ਼ਾਰੀ ਹੋਈ ਨਹੀਂ। ਹੁਣ ਦੂਜੀ ਗੱਲ ਇਹ ਸੀ ਕਿ ਕਾਂਗਰਸੀਆਂ ਨੇ ਇਹ ਸੋਚਿਆ ਕਿ ਅਮਰਿੰਦਰ ਸਿੰਘ ਦੇ ਚਿਹਰੇ ਦੇ ਨੂੰ ਲੈ ਕੇ ਜੇਕਰ ਅਗਲੀ ਇਲੈਕਸ਼ਨ 'ਚ ਜਾਵਾਂਗੇ ਤਾਂ ਲੋਕ ਇਹ ਸਵਾਲ ਪੁੱਛਣਗੇ ਕਿ ਤੁਹਾਡੇ ਕੀ ਕੀਤਾ। ਤਾਂ ਇੱਕ ਮੇਰਾ ਖਿਆਲ ਹੈ ਹਾਈ ਕਮਾਂਡ ਨਾਲ ਮਿਲ ਕੇ ਸਮੇਤ ਰਾਹੁਲ ਗਾਂਧੀ ਦੀ ਇਨਵੋਲਵਮੈਂਟ ਹੈ, ਨਵਜੋਤ ਸਿੱਧੂ ਆਉਂਦਾ ਹੈ, ਬਾਕੀ ਦੇ ਲੋਕ ਆਉਂਦੇ ਨੇ ਸਭ ਨੇ, ਕਿ ਅਮਰਿੰਦਰ ਸਿੰਘ ਨੂੰ ਪਾਸੇ ਕਰ ਦਿਓ, ਕਹਾਂਗੇ ਸਾਡੀ ਸਰਕਾਰ ਬਣਾ ਦਿਓ, ਸਾਡੇ ਤੇ ਭਰੋਸਾ ਕਰੋ ਅਗਲੇ 5 ਸਾਲ ਤੇ ਅਸੀਂ ਤੁਹਾਨੂੰ ਠੀਕ ਕਰਕੇ ਦਿਆਂਗੇ। ਤੇ ਉਹ ਮੰਤਰੀ ਵੀ ਜਿਹੜੇ 4.5 ਸਾਲ ਅਮਰਿੰਦਰ ਸਿੰਘ ਦੇ ਨਾਲ ਰਹੇ ਤੇ ਜਿਹੜੇ ਮੰਤਰੀਆਂ ਨੂੰ ਪੂਰੀ ਤਾਕਤ ਦਿੱਤੀ ਗਈ, ਆਪੋ ਆਪਣੇ ਡਿਪਾਰਟਮੈਂਟਾਂ ਦੇ ਵਿੱਚ ਮਲਾਈ ਛਕੀ ਹੈ ਸਭ ਨੇ, ਤੇ ਉਹ ਵੀ ਕਹਿਣ ਲੱਗੇ ਵੀ ਅਮਰਿੰਦਰ ਸਿੰਘ ਦੋਸ਼ੀ ਹੈ। ਪਹਿਲੀ ਗੱਲ ਤਾਂ ਸਰਕਾਰ ਸਮੁੱਚਤਾ 'ਚ ਦੋਸ਼ੀ ਹੁੰਦੀ ਹੈ, ਚੀਫ ਮਿਨਿਸਟਰ ਵੀ ਹੁੰਦਾ, ਨਾਲ ਮੰਤਰੀ ਵੀ ਨੇ। ਹਾਂ, ਜਾਂ ਉਦੋਂ ਤੁਸੀਂ ਇਖਲਾਕੀ ਸਟੈਂਡ ਲੈ ਕੇ ਕੋਈ ਰੌਲਾ ਪਾਇਆ ਹੁੰਦਾ, ਫਾਈਲਾਂ 'ਤੇ ਲਿਖਿਆ ਹੁੰਦਾ, ਜਾਂ ਵਿਰੋਧ ਕੀਤਾ ਹੁੰਦਾ ਉਸ ਪੱਧਰ ਦੇ ਉੱਤੇ, ਤਾਂ ਮੰਨ ਲਿਆ ਜਾਂਦਾ ਕਿ ਤੁਸੀਂ ਇਹ ਕੰਮ ਕਰ, ਤੁਸੀਂ ਤਾਂ ਬਿਲਕੁਲ ਹੀ ਨਹੀਂ ਬੋਲੇ। ਇਹਦਾ ਮਤਲਬ ਜ਼ਿੰਮੇਵਾਰੀ ਸਾਰੀ ਪਾਰਟੀ ਤੇ, ਟੋਟਲ ਮਿਨਿਸਟਰੀ ਤੇ, ਉਹ ਬਚ ਨਹੀਂ ਸਕਦੀ ਇਸ ਜ਼ਿੰਮੇਵਾਰੀ ਤੋਂ, ਜਿਹੜੀ ਗੱਲ ਉਸ ਲੈਵਲ ਤੇ ਕੀਤੀ ਗਈ ਹੈ। ਤੇ ਹੁਣ ਉਦੋਂ ਬਾਅਦ ਸੁਭਾਵਿਕ ਹੈ ਕਿ ਅਮਰਿੰਦਰ ਸਿੰਘ ਵੀ ਐਵੇਂ ਨਹੀਂ ਸੀ ਛੱਡਣਾ ਚਾਹ ਰਹੇ। ਜਿਸ ਢੰਗ ਨਾਲ ਰਾਹੁਲ ਗਾਂਧੀ ਨੇ ਇਹ ਫੈਸਲਾ ਲਿਆ ਇੱਕ ਟਾਈਪ ਦਾ, ਤੇ ਉਹਨੇ ਕਿਹਾ ਕਿ ਮੈਨੂੰ ਅਪਮਾਨਿਤ ਕੀਤਾ ਹੈ, ਜਿਸ ਤਰੀਕੇ ਨਾਲ ਮੈਨੂੰ ਲਾਇਆ ਹੈ, ਮੇਰੀ 52 ਸਾਲ ਦੀ ਪੋਲੀਟੀਕਲ ਲਾਈਫ ਫਲਾਨਾ ਜੇ ਉਹ ਆ ਕੇ। ਤੇ ਉਸ ਤੋਂ ਬਾਅਦ ਫਿਰ ਕਾਂਗਰਸ ਕੀ ਕਰਦੀ ਹੈ ਕਿ ਕਿਹੜੇ ਬੰਦੇ ਨੂੰ ਲਿਆਂਦਾ ਜਾਏ। ਫਿਰ ਵੀ ਕੋਈ ਕਨਵਿਕਸ਼ਨ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਮੇਰਾ ਕੋਈ ਸੋਚਿਆ ਸਮਝਿਆ ਨਜ਼ਰੀਆ ਹੈ ਸੱਤਾ ਦੇ ਬਾਰੇ। ਉਹਨਾਂ ਨੇ ਕੀਤਾ ਕਿ ਪਹਿਲਾਂ ਗੁਣਾ ਪੈ ਗਿਆ ਜਾਖੜ ਤੇ ਇਮੀਡੀਏਟ ਇੱਕ ਗੱਲ ਆਈ, ਜਿਹੜੇ ਬਾਕੀ ਦੇ ਬੰਦੇ ਵਿੱਚ ਸੀ ਤੇ ਅੰਬਿਕਾ ਸੋਨੀ ਤੋਂ ਬਿਆਨ ਦਬਾ ਕੇ ਉਹ ਕਹਿੰਦੇ ਨੇ ਵੀ ਨਹੀਂ, ਪੰਜਾਬ 'ਚ ਗੈਰ ਸਿੱਖ ਨਹੀਂ ਚੱਲੂਗਾ, ਸਿੱਖ ਹੋਣਾ ਚਾਹੀਦਾ। ਤੇ ਫਿਰ ਚੱਲਦੇ ਚੱਲਦੇ ਇਹ ਆ ਗਏ ਜੇ ਸਿੱਖ ਹੀ ਹੋਣਾ ਚਾਹੀਦਾ ਤਾਂ ਸੁਖਜਿੰਦਰ ਰੰਧਾਵਾ ਆ ਗਿਆ, ਨਵਜੋਤ ਸਿੱਧੂ ਕਹਿੰਦਾ ਵੀ ਜੇ ਜੱਟ ਸਿੱਖ ਹੀ ਚਾਹੀਦਾ ਤਾਂ ਮੈਂ ਕਿਉਂ ਨਹੀਂ। ਤੇ ਸਾਰੇ ਦਾਅਵੇਦਾਰ ਨੇ ਮਤਲਬ ਕੁਰਸੀ ਦੇ। ਇਹ ਸਾਰੀ ਜਿਹੜੀ ਕੁੱਕੜ ਖੋਹ ਸੀ ਇਹਦੇ ਵਿੱਚੋਂ ਗੁਣਾ ਜਿਹੜਾ ਆ ਕੇ ਪੈ ਗਿਆ ਵੀ ਆਪਾਂ ਸਭ ਨੂੰ ਛੱਡਦੇ ਹਾਂ, ਨਾਲੇ ਤਾਂ ਦੇਸ਼ 'ਚ ਇਹ ਲੱਗੂਗਾ ਕਿ ਨਵਾਂ ਕੰਮ ਆ ਰਿਹਾ। ਤੇ ਨਵਾਂ ਚਰਨਜੀਤ ਸਿੰਘ ਚੰਨੀ ਤੇ ਬੀਗੇ ਅਨੁਸੂਚਿਤ ਜਾਤੀ ਦੇ ਤੌਰ ਦੇ ਉੱਤੇ ਆ ਗਿਆ ਕਿ ਆਪਾਂ ਚੰਨੀ ਨੂੰ ਬਣਾਉਂਦੇ ਹਾਂ, ਜਿਹਦੇ ਨਾਲ ਪਾਸਾ ਉਸ ਲੈਵਲ 'ਤੇ ਮਤਲਬ ਪਲਟ ਸਕਦਾ, ਸਿਆਸਤ ਦਾ ਇੱਕ ਵਰਤਾਂਤ ਬਦਲ ਸਕਦਾ। ਇਸ ਲਈ ਉਹ ਬਾਈ ਡਿਫਾਲਟ ਇੱਕ ਆਪਸ਼ਨ ਦੇ ਤੌਰ 'ਤੇ ਚਰਨਜੀਤ ਸਿੰਘ ਚੰਨੀ ਆ ਗਏ। ਉਦੋਂ ਤੱਕ ਜਦੋਂ ਤੱਕ ਚਰਨਜੀਤ ਸਿੰਘ ਚੰਨੀ ਆਏ, ਪ੍ਰਾਈਵੇਟਲੀ ਸਾਰੇ ਮਾਯੂਸ ਨੇ, ਪਰ ਇੱਕ ਵੀ ਬੰਦਾ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਹੋਵੇ ਇਹ ਨਹੀਂ ਕਹਿ ਸਕਦਾ ਕਿ ਕੋਈ ਗਲਤ ਗੱਲ ਹੋਈ ਹੈ। ਤਾੜੀ ਵਜਾ ਰਹੇ ਨੇ ਨਾ ਸਾਰੇ, ਕਹਿੰਦੇ ਨੇ ਚੰਗਾ ਹੈ ਪਹਿਲੀ ਵਾਰ ਇੱਕ ਦਲਿਤ ਨੂੰ ਚੀਫ ਮਿਨਿਸਟਰ ਮਿਲਿਆ, ਜੇ ਉਹ ਸਾਰਾ ਕੁਝ ਓਪਨਲੀ ਇਹ ਕਹਿ ਰਹੇ ਨੇ। ਪਰ ਅੰਦਰੋਂ ਸਭ ਨੂੰ ਪਤਾ 2 ਦਿਨ ਤੱਕ ਤਾਂ ਨਵਜੋਤ ਸਿੱਧੂ ਵੀ ਕਹਿੰਦਾ ਰਿਹਾ ਮੇਰੀ ਰੂਹ ਦੇ ਨੇੜੇ ਦਾ ਚੀਫ ਮਿਨਿਸਟਰ ਬਣਿਆ, ਜੇ ਬਣਿਆ ਉਹ ਅੰਮ੍ਰਿਤਸਰ ਜਾਣ ਤੱਕ ਪਹਿਲੀ ਪ੍ਰੈਸ ਕਾਨਫਰੰਸ। ਜਦੋਂ ਉਹਨੂੰ ਪਤਾ ਲੱਗਿਆ ਵੀ
ਚੰਨੀ ਤਾਂ ਆਪਦੀ ਗੁੱਡਵਿਲ ਬਣਾਉਂਦਾ ਜਾ ਰਿਹਾ ਆਪਣੇ ਤਰੀਕੇ ਨਾਲ, ਲੋਕਾਂ ਨਾਲ ਬਹਿ ਗਿਆ, ਮੁੰਡਿਆਂ ਨਾਲ ਭੰਗੜਾ ਪਾ ਲਿਆ, ਕਿਸੇ ਦੇ ਘਰ ਬੈਠ ਗਏ, ਜਨਤਕ ਤਰੀਕੇ ਦਾ ਸਿਕਿਉਰਿਟੀ ਘਟਾਤੀ, ਜੇ ਉਹ ਕਰਤਾ। ਤਾਂ ਅਗਲਾ ਚੀਫ ਮਿਨਿਸਟਰ ਕੌਣ ਦਾ ਚਿਹਰਾ ਕੌਣ ਹੋਏਗਾ 2000 ਜਿਹੜਾ 22 ਦਾ। ਤੇ ਸੁਭਾਵਿਕ ਹੋਣ ਲੱਗ ਗਿਆ ਕਿ ਜੇ ਚੰਨੀ ਇਸ ਤਰੀਕੇ ਨਾਲ ਚੱਲਦਾ, ਇੱਕ ਤਾਂ ਇਹ ਗੁੱਡਵਿਲ ਵੀ ਆ ਕਿਉਂਕਿ ਪਹਿਲਾਂ ਉਹਨੇ VIP ਚੀਫ ਮਿਨਿਸਟਰ ਦੇਖੇ ਨੇ, ਇਹ ਥੋੜ੍ਹਾ ਜਿਹਾ ਅਲੱਗ ਨਜ਼ਰੀਏ ਦਾ। ਤੇ ਦੂਜੀ ਗੱਲ ਇਹ ਹੈ ਕਿ ਜੇ ਕੁਝ ਕੰਮ ਵੀ ਹੋ ਜਾਂਦੇ ਨੇ, ਇੱਕ ਦੋ ਬਹੁਤੇ ਤਾਂ ਹੋਣ ਦੇ ਚਾਂਸ ਨਹੀਂ, ਕਿਉਂਕਿ ਪਿੱਛੇ ਪਾਰਟੀ ਹੈ, ਵੱਡੀ ਪਾਰਟੀ ਦੇ ਵਿੱਚ 100 ਉਹ ਨੇ, ਤੇ ਨਾ ਹੀ ਐਡੀ ਵੱਡੀ ਔਕਾਤ ਹੁੰਦੀ ਹੈ, ਨਾ ਹੀ ਕੋਈ ਇਸ ਮਕਸਦ ਨਾਲ ਆਉਂਦੇ ਨੇ ਪਾਰਲੀਮੈਂਟ। ਪਰ ਜੇ ਮੁਕਾਬਲਤਾ ਥੋੜ੍ਹਾ ਜਿਹਾ ਵੀ ਆਉਂਦਾ ਹੈ ਤਾਂ ਕਾਂਗਰਸ ਕਿਵੇਂ ਚੰਨੀ ਨੂੰ ਹਟਾ ਕੇ ਨਵਜੋਤ ਸਿੱਧੂ ਜਾਂ ਕਿਸੇ ਹੋਰ ਨੂੰ ਚਿਹਰਾ ਬਣਾ ਦੋਗੇ? ਇੱਕ ਸੈਂਟੀਮੈਂਟ ਉਭਾਰਤਾ ਦੇਸ਼ 'ਚ ਤੁਸੀਂ, ਭਾਵਨਾ ਕਿ ਦੇਖੋ ਅਸੀਂ ਇੱਕ ਅਦਾਲਤ ਨੂੰ ਦਿੱਤਾ, ਤਾਂ ਇਹਦਾ ਮਤਲਬ ਉਹ ਜਿਹੜਾ ਭਾਵਨਾ ਨੂੰ ਇੱਕਦਮ ਵਾਪਸ ਕਿਵੇਂ ਲੈ ਸਕਦੇ ਹੋ? ਇਹ ਪੰਗਾ ਖੜਾ ਹੋ ਗਿਆ। ਤੇ ਪੰਗਾ ਖੜਾ ਹੋ ਗਿਆ ਕਿ ਨਵਜੋਤ ਸਿੱਧੂ ਨੂੰ ਜਿਹੜਾ ਇਹ ਨਜ਼ਰ ਆਉਂਦਾ ਸੀ ਕਿ ਚੀਫ ਮਿਨਿਸਟਰ ਮੇਰੇ ਮੁਤਾਬਕ ਹੀ ਚੱਲੇਗਾ, ਉਹ ਬੰਦ ਹੋ ਗਿਆ। ਤਾਂ ਫਿਰ ਸਾਹਮਣੇ ਆ ਗਈ ਨਵੀਂ ਲੜਾਈ 'ਚ ਨਵਜੋਤ ਸਿੱਧੂ ਦਾ ਅਸਤੀਫਾ। ਨਵਜੋਤ ਸਿੱਧੂ ਦਾ ਅਸਤੀਫਾ ਨਵੀਂ ਲੜਾਈ ਦੇ ਵਿੱਚ ਇਸ ਕਰਕੇ ਵੀ ਆਇਆ ਕਿ ਕੋਈ ਕਾਰਨ ਤਾਂ ਚਾਹੀਦੇ ਸੀ। ਕਾਰਨ ਬਣਾਏ ਕਿ ਇੱਕ ਤਾਂ ਰਾਣੇ ਗੁਰਜੀਤ ਨੂੰ ਹਟਾਉਣ ਦਾ ਸਵਾਲ ਸੀ, ਤੇ ਰਾਣੇ ਗੁਰਜੀਤ ਤੇ ਉਹ ਸਹਿਮਤ ਹੋ ਗਿਆ ਵਿੱਚ ਵੀ, ਚਲੋ ਉਹਨੂੰ ਡਿਪਾਰਟਮੈਂਟ ਇਹੋ ਜਿਹਾ ਦੇ ਦਾਂਗੇ ਜਿਹੜਾ ਥੋੜ੍ਹਾ ਜਿਹਾ ਸਾਈਡ ਲਾਈਨ ਦਾ ਹੋਏਗਾ। ਤੇ ਫਿਰ ਆ ਗਿਆ AG ਦਾ, ਤੇ ਮਤਲਬ DGP ਲਾਉਣ ਦਾ ਸਵਾਲ ਹੈ। DGP ਦਾ ਤਾਂ ਆਰਜੀ ਕਿਸੇ ਨੂੰ ਚਾਰਜ ਦੇਣਾ ਸੀ, ਜਾਣਾ ਹੀ ਪੈਨਲ UPSC ਕੋਲ ਹੁੰਦਾ ਹੁਣ, ਜਿਹੜੇ ਨਵਾਂ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਦੇ ਮੁਤਾਬਕ। ਤੇ ਹੁਣ ਰੌਲਾ ਪਾ ਕੇ ਚਲੋ ਇੱਕ ਉਹ ਚਲਾ ਗਿਆ, ਇੱਕ ਪੈਨਲ ਚਲਾ ਗਿਆ, ਤੇ ਜਿਹਨੂੰ ਵੀ ਉਹ ਕਹਿਣਗੇ ਤੇ ਉਹ ਲੱਗੂਗਾ UPSC 'ਚੋਂ ਜੋ ਛਾਂਟ ਕੇ ਜਿਹੜਾ ਪੈਨਲ ਆਏਗਾ, ਤਾਂ RG ਸੀ। ਤੇ ਅਗਲੀ ਗੱਲ ਆਈ ਜਿਹੜੇ AG ਦੀ। AG ਪਹਿਲਾਂ ਜਿਹੜਾ ਉਹ ਲਵਾ ਰਹੇ ਸੀ ਪਟਵਾਲੀਆ, ਇੱਕ ਵਾਰ ਇਹ ਹੋ ਵੀ ਗਿਆ ਸੀ, ਫਿਰ ਅਨਮੋਲ ਰਤਨ ਦਾ ਨਾਮ ਚੱਲ ਪਿਆ, ਫਿਰ ਆ ਕੇ ਇਹ ਆ ਗਿਆ ਜੀ ਤੀਜਾ, ਉਹ ਸਾਰੇ 'ਤੇ ਇੱਕ ਰੌਲਾ ਪਿਆ। ਇਹਦੇ 'ਤੇ ਰੌਲੇ 'ਚ ਇਹ ਦੋ ਮੇਨ ਗੱਲਾਂ ਨੇ ਕਿ ਬੇਅਦਬੀ ਦੇ ਮਾਮਲੇ ਦੇ ਉੱਤੇ AG ਬੇਅਦਬੀ ਤੇ ਦੂਜੇ ਕੇਸਾਂ 'ਚ ਵੀ ਸੈਣੀ ਦਾ ਵਕੀਲ ਰਿਹਾ, ਤੇ ਜਿਹੜਾ DGP ਹੈ ਉਹਨੇ ਜਦੋਂ ਬਰਗਾੜੀ ਦਾ ਕਾਂਡ ਹੋਇਆ ਤੇ ਉਸ ਤੋਂ ਬਾਅਦ ਉਹ 2 ਸਿੱਖ ਮੁੰਡਿਆਂ ਨੂੰ ਫੜਿਆ ਸੀ, ਤੇ ਉਹ ਇਹਨਾਂ 'ਤੇ ਇਹ ਐਲੀਗੇਸ਼ਨ ਨੇ, ਇਹ ਦੋਸ਼ ਨੇ, ਤੇ ਉਹਦੇ ਵਿੱਚ ਦੋਨੇ ਦੋਸ਼ਾਂ ਦੇ ਮਾਮਲੇ 'ਚ ਬਿਲਕੁਲ ਇਹ ਵੀ ਭਾਵਨਾ ਦਾ ਸਵਾਲ ਹੈ ਪੰਜਾਬ ਦੇ ਲੋਕਾਂ ਦੀਆਂ ਦਾ, ਤੇ ਇਹਨੂੰ ਵੀ ਮੇਰਾ ਖਿਆਲ ਨਹੀਂ ਸੋਚਿਆ ਗਿਆ ਪ੍ਰੋਪਰ ਤਰੀਕੇ ਨਾਲ ਵੀ ਇਹਦਾ ਅਸਰ ਕੀ ਪਊਗਾ ਕੀ ਨਹੀਂ ਪਊਗਾ। ਚਲੋ ਇਹਨੂੰ ਟੈਕਲ ਕਰਨ ਲਈ ਹੁਣ ਰਾਜਵਿੰਦਰ ਬੈਂਸ ਨੂੰ ਦੇਤਾ ਉਹ ਸਾਰਾ ਸਪੈਸ਼ਲ ਪ੍ਰੋਸੀਕਿਊਟਰ ਦੇ ਤੌਰ 'ਤੇ ਕੇਸ, ਮਤਲਬ ਉਹ AG ਦੇ ਕੋਲ ਨਹੀਂ ਰਹੂਗਾ ਉਸ ਪੱਧਰ ਦੇ ਉੱਤੇ। ਪਰ ਨਾਲ ਦੀ ਨਾਲ ਨਵਜੋਤ ਸਿੱਧੂ 'ਤੇ ਵੀ ਤਾਂ ਇੱਕ ਅਖਲਾਕੀ ਸਵਾਲ ਉੱਠਦਾ। ਤੂੰ ਆਪਦਾ ਸਟ੍ਰੈਟਜੀਕਲ ਅਫੇਅਰ ਐਡਵਾਈਜ਼ਰ ਜਿਹੜਾ ਮੁਹੰਮਦ ਮੁਸਤਫਾ ਨੂੰ ਲਾ ਰਿਹਾ ਹੈ, ਉਹਨੇ ਕਿੰਨੇ ਮੁੰਡੇ ਮਾਰੇ ਨੇ ਪੰਜਾਬ ਦੇ ਵਿੱਚ, ਔਰ ਕਿਸ ਲੈਵਲ ਦਾ ਸਿਸਟਮ ਹੈ ਉਹਦੇ ਵੀ ਤਾਂ ਸਵਾਲ ਨੇ। ਫਿਰੋਜ਼ਪੁਰ ਦੇ ਕਿੰਨੇ ਬੰਦੇ ਇੱਕੋ ਦਿਨ 'ਚ ਪ੍ਰਵਾਸੀ ਮਜ਼ਦੂਰ ਵੀ ਕਈ ਸੀ, ਉਹਨਾਂ ਦਿਨਾਂ 'ਚ ਖਬਰਾਂ ਛਪੀਆਂ, ਕਿੰਨੇ ਬੰਦੇ ਕੱਢ ਮਾਰੇ। ਤਾਂ ਮੋਰਲ ਅਖਲਾਕ ਕਿੱਥੇ ਗਿਆ ਜੇ ਤੇਰਾ ਇਸ ਲੈਵਲ 'ਤੇ? ਤੇ ਉਸ ਤੋਂ ਬਾਅਦ ਇੱਕ ਅਖਲਾਕ ਨਵਜੋਤ ਸਿੱਧੂ 'ਤੇ ਇਹ ਵੀ ਹੈ ਕਿ ਜਦ ਤੂੰ ਐਸੇ 31 ਅਗਸਤ ਨੂੰ ਬੇਅੰਤ ਸਿੰਘ ਦੇ ਜਾਂਦਾ ਸਮਾਧ 'ਤੇ ਬੇਅੰਤ ਸਿੰਘ 'ਤੇ ਤੂੰ ਇਹ ਕਹਿਣਾ ਕਿ ਬੇਅੰਤ ਸਿੰਘ ਨੇ ਪੀਸ ਲਿਆ ਕੇ ਦਿੱਤਾ ਹੈ, ਬੇਅੰਤ ਸਿੰਘ ਪੰਜਾਬ ਦੇ ਲਈ ਬਹੁਤ ਵੱਡਾ ਸ਼ਹੀਦ ਹੈ, ਜਾਂ ਬਾਕੀ ਚੀਜ਼ਾਂ ਨੇ ਸਾਰੀਆਂ ਕਹਿੰਦਾ, ਪਰ ਪੰਜਾਬ ਦਾ ਮੈਜੋਰਿਟੀ ਸਿੱਖ ਸੈਂਟੀਮੈਂਟ ਤਾਂ ਨਹੀਂ ਕਹਿੰਦਾ ਇਹ ਕਿ ਇਸ ਤਰ੍ਹਾਂ। ਔਰ ਉਹ KPS ਗਿੱਲ ਤੇ ਬੇਅੰਤ ਸਿੰਘ ਇੱਕ ਵੱਡੇ ਵਰਗ ਦੇ ਦਿਮਾਗ ਦੇ ਵਿੱਚ ਹੀਰੋ ਨਹੀਂ ਹੈ, ਉਹ ਨੈਸ਼ਨਲ ਲੈਵਲ 'ਤੇ ਹੀਰੋ ਹੋ ਸਕਦਾ, ਬਾਕੀ ਜਗ੍ਹਾ ਹੀਰੋ ਹੋ ਸਕਦਾ। ਫਿਰ ਉਸੇ ਲਾਈਨ 'ਚ ਤੂੰ ਵੀ ਖੜਾ ਕੁਝ ਮਾਮਲਿਆਂ ਦੇ ਵਿੱਚ, ਉਸ ਮਾਮਲੇ ਦੇ ਵਿੱਚ ਵੀ ਦੇਖਣਾ ਪਏਗਾ ਤੁਸੀਂ ਕੀ ਕਰ ਰਹੇ ਹੋ। ਜੇਕਰ ਨਵਜੋਤ ਸਿੱਧੂ ਦੀ ਗੱਲ ਕਰੀਏ, ਜਿਵੇਂ ਦੀ ਰਾਜਨੀਤੀ ਆ ਉਹਨਾਂ ਦੀ, ਲੰਬਾ ਸਮਾਂ ਭਾਵੇਂ ਪਹਿਲਾਂ ਰਾਜਨੀਤੀ ਤੋਂ ਦੂਰ ਵੀ ਰਹੇ, ਪਰੰਤੂ ਹੁਣ ਜਿਹੜੇ ਉਹਨਾਂ ਨੇ ਮੁੱਦੇ ਚੁੱਕੇ ਹੈ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਹਿੱਤ 'ਚ ਨੇ। ਇਹਦੇ 'ਤੇ ਤੁਹਾਡਾ ਕੀ ਐਨਾਲਿਸਿਸ ਹੈ ਵੀ ਕਿਤੇ ਨਾ ਕਿਤੇ ਇਹ ਕੁਰਸੀ ਦੀ ਲੜਾਈ ਹੈ ਜਾਂ ਪੰਜਾਬ ਦੇ ਹਿੱਤ ਵਿੱਚ ਨੇ ਜਿਹੜੇ ਉਹ ਮੁੱਦੇ ਚੁੱਕ ਰਹੇ ਨੇ? ਇਹਦੇ ਬਾਰੇ ਤੁਹਾਡਾ ਕੀ ਐਨਾਲਿਸਿਸ ਹੈ? ਨਹੀਂ, ਉਹਦੇ 'ਤੇ ਇੱਕ ਕਾਰਗੁਜ਼ਾਰੀ ਦਾ ਸਵਾਲ ਹੈ। ਕੁਝ ਗੱਲ ਹਰ ਬੰਦੇ ਦੀਆਂ ਕੁਝ ਗੱਲਾਂ ਠੀਕ ਵੀ ਹੋ ਸਕਦੀਆਂ ਨੇ, ਤੇ ਕੁਝ ਸਾਰੀਆਂ ਗੱਲਾਂ ਐਂ ਵੀ ਨਹੀਂ ਕਿ ਉਹਨੂੰ ਇਹ ਹੀਰੋ ਬਣਾ ਕੇ ਪੇਸ਼ ਕਰੋ ਕਿ ਉਹਦੀਆਂ ਠੀਕ ਹੋਣਗੀਆਂ। ਪੂਰਾ ਐਨਾਲਿਸਿਸ ਜਦੋਂ ਕਰਨਾ ਹੁੰਦਾ ਕਿਸੇ ਦੀ ਪਰਸਨੈਲਿਟੀ ਦਾ, ਸ਼ਖਸੀਅਤ ਦਾ, ਜਾਂ ਉਹਦੇ ਕੰਮ ਕਾਜ ਦਾ, ਉਹਦੇ ਬੈਕਗਰਾਊਂਡ 'ਚ ਵੀ ਕਰਨਾ ਪੈਂਦਾ, ਹੁਣ ਦੀ ਪੋਜੀਸ਼ਨ 'ਚ ਵੀ ਤੇ ਅੱਗੇ ਦੀ ਕਾਰਗੁਜ਼ਾਰੀ 'ਚ ਵੀ। ਸਭ ਤੋਂ ਬੜਾ ਸਵਾਲ ਇਹ ਹੈ ਕਿ ਉਹਨੇ ਬਹੁ ਗਿਣਤੀ ਸਮਾਂ ਆਪਦਾ ਜਿਹੜਾ ਉਹ BJP 'ਚ ਗੁਜ਼ਾਰਿਆ। ਜਦੋਂ 3 ਵਾਰ ਮੈਂਬਰ ਪਾਰਲੀਮੈਂਟ ਰਿਹਾ, ਤੇ 3 ਵਾਰ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉਹ ਉਦੋਂ ਬਣਿਆ ਪਹਿਲਾਂ ਜਦੋਂ ਦੇਸ਼ ਦੇ ਵਿੱਚ ਇੱਕ ਮਾਹੌਲ ਸੀ, 2002 ਦਾ ਗੋਧਰਾ ਕਾਂਡ ਹੋਇਆ ਸੀ, ਔਰ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਹੋਣ ਦੇ ਵੇਲੇ ਵੀ ਇਹ ਕਹਿਣਾ ਪਿਆ ਕਿ ਮੋਦੀ ਨੇ ਆਪਣਾ ਰਾਜ ਧਰਮ ਨਹੀਂ ਨਿਭਾਇਆ, ਔਰ ਵੱਡੇ ਪੱਧਰ ਤਹਿਲਕਾ ਨੇ ਇੱਕ ਰਿਪੋਰਟ ਛਾਪੀ ਸੀ ਬੜੇ ਵੱਡੇ ਪੱਧਰ ਦੇ ਉੱਤੇ ਕਿ ਕਿਵੇਂ ਕਤਲ ਸਰਕਾਰ ਨੇ ਮਿਲ ਕੇ ਕਰਾਏ ਨੇ, ਜਿਵੇਂ ਜੂਨ 84 ਦਾ ਹੋਇਆ ਸੀ
ਉਵੇਂ ਹੀ ਉਹ 2002 ਦਾ ਇੱਕ ਲੈਵਲ ਦਾ ਕਤਲੇਆਮ ਸੀ। ਤੇ ਤੁਸੀਂ 2004 ਚ ਉਸੇ ਪਾਰਟੀ ਦੇ ਬਿਨਾਂ ਕਿਸੇ ਗੱਲ ਤੋਂ, ਬਿਨਾਂ ਇਤਰਾਜ਼ ਤੋਂ MP ਚੁਣੇ ਜਾਂਦੇ ਹੋ ਸਭ ਤੋਂ ਪਹਿਲਾਂ। ਫਿਰ ਅੱਗੇ ਵੀ ਲਗਾਤਾਰ ਜਿਹੜੇ ਮੋਰਲ ਸਵਾਲ ਆਏ, ਮਤਲਬ ਉਹਦੇ ਤੇ ਪਾਰਲੀਮੈਂਟ ਦੇ ਵਿੱਚ ਕੋਈ ਕਦੇ ਕੁਐਸਚਨ ਨਹੀਂ ਰੇਜ ਹੋਇਆ ਇਸ ਪੱਧਰ ਦੇ ਉੱਤੇ। ਉਹ ਕਾਰਗੁਜ਼ਾਰੀ ਤਾਂ ਇਹਦਾ ਮਤਲਬ ਹਿੰਦੂਤਵ ਦੀ ਸਿਆਸਤ ਦੇ ਨਾਲ ਕੋਈ ਸਮੱਸਿਆ ਨਹੀਂ ਹੈ ਉਹਨੂੰ। ਔਰ ਜਿਹੜੀ ਇਸੇ ਕਰਕੇ ਇਹ ਹੈ ਕਿ ਜਿਹੜੀ ਉਹ 3-4 ਉਹ ਚੀਜ਼ਾਂ ਚੱਲਦੀਆਂ ਨੇ ਕਿ ਜਦੋਂ ਤੁਸੀਂ ਆਸਾਰਾਮ ਦੇ ਜਾਂਦੇ ਹੋ ਉਹੀ ਸ਼ੇਅਰ ਬੋਲ ਦਿੰਦੇ ਹੋ, ਜਦੋਂ ਤੁਸੀਂ ਸੋਨੀਆ ਗਾਂਧੀ ਦੇ ਜਾਂਦੇ ਹੋ ਉਹ ਬਣ ਜਾਂਦਾ, ਜਦੋਂ ਮੋਦੀ ਦੇ ਜਾਂਦੇ ਹੋ ਉਹੀ ਗੱਲ ਉਹਦੇ ਨਾਲ ਬੋਲਦੇ ਹੋ। ਤੁਹਾਨੂੰ ਕਿਸੇ ਨਾਲ ਵਿਚਾਰਕ ਪ੍ਰੋਬਲਮ ਨਹੀਂ ਹੈ, ਨਾ ਕਿਸੇ ਜਿਹਦੇ ਨਾਲ ਜਾਂਦੇ ਹੋ ਉਹੀ ਤੁਹਾਡੀ ਮਾਂ ਪਾਰਟੀ, ਉਹੀ ਤੁਹਾਡਾ ਮਤਲਬ ਉਹ ਬਹੁਤ ਬੇਹੱਦ ਸਤਿਕਾਰਤ ਲੀਡਰ ਬਣ ਜਾਂਦਾ, ਜੋ ਵੀ ਮਰਜ਼ੀ ਕਰੋਗੇ। ਹਾਂ, ਉਦੋਂ ਬਾਅਦ ਚੱਲਦੇ ਆਉਂਦੇ ਫਿਰ ਤੁਸੀਂ 2016 ਚ ਆ ਕੇ ਉਹ ਕਰਦੇ ਹੋ, ਜਿਹੜਾ ਰਿਜ਼ਾਈਨ ਦਿੰਦੇ ਹੋ ਕਿਸੇ ਮੁੱਦੇ ਤੇ ਨਹੀਂ ਦਿੰਦੇ ਤੁਸੀਂ। ਰਿਜ਼ਾਈਨ ਆਉਂਦਾ ਜਦੋਂ ਚੋਣਾਂ ਦੇ ਵਿੱਚ ਟਿਕਟ ਨਹੀਂ ਮਿਲਦੀ 2014 ਵਾਲੀਆਂ 'ਚ ਅਰੁਣ ਜੇਟਲੀ ਨੂੰ ਮਿਲ ਜਾਂਦੀ ਆ ਕੇ, ਤੇ ਇਹ ਕਹਿੰਦੇ ਨੇ ਅਰੁਣ ਜੇਟਲੀ ਮੇਰਾ ਚਾਹੇ ਲੀਡਰ ਹੈ ਪਰ ਮੈਨੂੰ ਨਹੀਂ ਮਿਲੀ, ਮੈਂ ਹੋਰ ਕਿਤੋਂ ਨਹੀਂ ਲੜਨਾ। ਤੁਸੀਂ ਸਟੈਂਡ ਇਹ ਕਰਦੇ ਹੋ ਆਪਦੇ ਲਈ ਕਿ ਮੈਂ ਕਿਤੋਂ ਲੜਨਾ, ਕਿਤੋਂ ਨਹੀਂ, ਕਿਤੇ ਇਸ਼ੂ 'ਚ ਨਹੀਂ ਕਿ ਮੈਨੂੰ ਉੱਥੋਂ ਟਿਕਟ ਨਹੀਂ ਦਿੱਤੀ, ਛੱਡਤਾ। 2017 ਚ ਕਾਂਗਰਸ ਜੁਆਇਨ ਕਰਕੇ ਉਸ ਤੋਂ ਬਾਅਦ ਉਹ ਮਿਨਿਸਟਰ ਬਣੇ, ਲੋਕਲ ਬਾਡੀ ਮਿਨਿਸਟਰ ਰਹੇ। ਤੇ ਫਿਰ ਅਮਰਿੰਦਰ ਸਿੰਘ ਨਾਲ ਵੀ ਉਹਨਾਂ ਦਾ ਜ਼ਿਆਦਾ ਟਕਰਾਅ ਜਿਹੜਾ ਹੈ ਬਾਕੀ ਦੀਆਂ ਗੱਲਾਂ ਦੇ ਨਾਲ ਮਾੜਾ ਮੋਟਾ ਉਹ ਜ਼ਿਆਦਾਤਰ ਰਿਹਾ ਕਿ ਮੈਨੂੰ ਡਿਪਾਰਟਮੈਂਟ ਮੇਰਾ ਬਦਲਿਆ ਕਿਉਂ, ਇਹਦੇ ਤੇ ਉਹਨਾਂ ਜੁਆਇਨ ਨਹੀਂ ਕੀਤਾ ਜਿਹੜਾ ਪਾਵਰ ਦਾ ਸਵਾਲ ਸੀ। ਅਸਲ 'ਚ ਫਿਰ ਨਵਜੋਤ ਸਿੱਧੂ ਨੇ ਉਦੋਂ ਬਾਅਦ ਮੁੱਦੇ ਉਠਾਉਣੇ ਸ਼ੁਰੂ ਕੀਤੇ। ਇੱਕ ਤਾਂ ਉਹਦੇ ਦੌਰਾਨ ਇੱਕ ਮੁੱਦਾ ਉਠਾਇਆ ਸੀ ਜਿਹੜਾ ਕਿ ਵਾਜਬ ਮੁੱਦਾ ਵੀ ਸੀ। ਉਹ ਮੁੱਦਾ ਇਹ ਉਠਾਇਆ ਸੀ ਮੁੱਦੇ ਦੇ ਤੌਰ ਤੇ ਕਿ ਰੇਤ ਦੇ ਮਾਫੀਏ ਦੇ ਮਾਮਲੇ ਦੇ ਵਿੱਚ ਸਾਨੂੰ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ, ਜਿਵੇਂ ਕਿ ਕੁਝ ਹੋਰ ਸਟੇਟਾਂ ਨੇ ਬਣਾਈ ਹੋਈ ਹੈ, ਤਾਂ ਕਿ ਉਸ ਲੈਵਲ ਦੀ ਗੱਲ ਹੋਵੇ। ਪਰ ਇਹਦੇ ਨਾਲ ਦੀ ਨਾਲ ਉਦੋਂ ਬਾਅਦ ਫਿਰ ਇੱਕ ਨਵਜੋਤ ਸਿੱਧੂ ਦੀ ਗੁੱਡਵਿਲ ਬਣੀ, ਜਿਹੜਾ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਖੁੱਲ੍ਹਿਆ, ਕਿਉਂਕਿ ਉੱਥੇ ਜਾ ਕੇ ਜਾਂ ਬਾਕੀ ਦਾ ਸਾਰਾ ਮਾਮਲਾ, ਹਾਲਾਂਕਿ ਉਦੋਂ ਅਮਰਿੰਦਰ ਨੇ ਵੀ ਉਲਟ ਸਟੈਂਡ ਲੈ ਲਿਆ, ਈਵਨ ਮੋਦੀ ਹੋਣੀ ਵੀ, ਅਕਾਲੀ ਦਲ ਦੇ ਵੀ ਕਾਫੀ ਨੇ, ਉਹਨੇ ਇੱਕ ਲੋਕਾਂ ਦੇ ਵਿੱਚ ਉਹਦਾ ਇਮੇਜ ਬਣਾਇਆ ਕਿ ਇੱਕ ਗੱਲ ਤੇ ਬੰਦੇ ਨੇ ਸਟੈਂਡ ਲਿਆ। ਪਰ ਪੂਰਾ ਸਟਰਕਚਰ ਪੰਜਾਬ ਦਾ ਕਿਵੇਂ ਹੈ ਜਾਂ ਬਾਕੀ ਹੈ ਉਹਦੇ ਕੋਲ ਕੋਈ ਨਕਸ਼ਾ ਹੈ, ਤੇ ਉਸੇ ਖੇਤ ਕਿਸਾਨੀ ਦੇ ਮਾਮਲੇ ਦੇ ਵਿੱਚ ਉਹੀ ਨਵਜੋਤ ਸਿੱਧੂ ਦੇ ਵਿੱਚ ਇੱਕ ਕੈਬਨਿਟ ਸਬ ਕਮੇਟੀ ਦਾ ਮੈਂਬਰ ਸੀ। ਕੈਬਨਿਟ ਸਬ ਕਮੇਟੀ ਜਿਹੜੀ ਇੰਡੈਟਡਨੈਸ ਰੂਰਲ ਪੇਂਡੂ ਜਿਹੜਾ ਕਰਜ਼ਾ ਰਾਹਤ ਬਿੱਲ ਬਣਨਾ ਸੀ, ਉਹਦੀ ਸਬ ਕਮੇਟੀ 'ਚੋਂ ਤੁਸੀਂ ਉਹਦੇ 'ਚ ਕੁਝ ਨਹੀਂ ਕੀਤਾ, ਕੱਖ ਨਹੀਂ ਕੀਤਾ। ਜਾਂ ਉਹਦਾ ਲਿਆ ਕੇ ਦਿਖਾ ਦੇਣਾ ਉਹਨਾਂ ਨੇ ਕੀਤਾ ਕਿ ਜਿਹੜਾ ਬਾਦਲ 2016 'ਚ ਬਣਾ ਗਏ ਸੀ ਉਹੀ ਤੁਹਾਡੇ ਕੋਲ ਹੈ, ਤੇ ਉਹ ਵੀ ਲਾਗੂ ਨਹੀਂ ਹੈ ਹੁਣ ਤੱਕ, ਉਸੇ ਤਰੀਕੇ ਨਾਲ ਨਹੀਂ ਹੋਇਆ। ਇਸ ਲਈ ਕੋਈ ਬਹੁਤ ਵੱਡਾ ਮਤਲਬ ਇਨਕਲਾਬੀ ਤਬਦੀਲੀ ਜਾਂ ਆ ਹੋ ਜਾਏਗਾ ਜਾਂ ਉਹ ਹੋ ਜਾਏਗਾ, ਉਹ ਅਲੱਗ ਸਵਾਲ ਹੈ। ਹਾਂ, ਉਹਦੀ ਇਮੇਜ ਇੱਕ ਗੱਲ ਕਰਕੇ ਹੈ, ਇੱਕ ਕੋਰੀਡੋਰ ਮੇਨ ਗੱਲ ਹੈ। ਦੂਜਾ ਇਹ ਹੈ ਕਿ ਪਰਸਨਲੀ ਜਿਹੜੀ ਕਰਪਸ਼ਨ ਦਾ ਇੱਕ ਕੁਐਸਚਨ ਹੁੰਦਾ ਕਿ ਵੀ ਉਹਦੇ ਤੇ ਇਹ ਐਲੀਗੇਸ਼ਨ ਨਹੀਂ ਹੈ, ਉਹਦਾ ਪੈਸਾ ਹੋਰੋਂ ਕਿੱਧਰੋਂ ਆਪਣੇ ਉਹਦੇ 'ਚੋਂ ਆਇਆ, ਚਾਹੇ ਉਹ ਕ੍ਰਿਕਟਰ ਸੀ, ਚਾਹੇ ਉਹ ਲਾਫਟਰ ਚੈਨਲ 'ਤੇ ਸੀ, ਚਾਹੇ ਜਿਹੜਾ ਮਰਜ਼ੀ ਸੀ। ਇਹ ਦੋ ਉਹਦੇ ਪਲੱਸ ਪੁਆਇੰਟ ਨੇ। ਪਰ ਉਹਨੂੰ ਇਸ ਵਿਜ਼ਨ ਦੇ ਤੌਰ ਤੇ ਸੋਚਣਾ ਕਿ ਉਹਦੇ ਕੋਲ ਪੰਜਾਬ ਦਾ ਵਿਜ਼ਨ ਹੈ, ਉਹ ਪੰਜਾਬ ਨੂੰ ਕੀ ਕਰ ਦੇਗਾ ਜਾਂ ਬਾਕੀ ਕਰ ਦੇਗਾ, ਉਹ ਵੀ ਉਸ ਪਾਰਟੀ 'ਚ ਰਹਿੰਦੇ ਹੋਏ, ਜਿਹੜੀ ਪਾਰਟੀ ਸੈਂਟਰਲਾਈਜ਼ਡ ਪਾਰਟੀ ਹੈ, ਜਿਹ 'ਚ ਹਾਈ ਕਮਾਂਡ ਕਲਚਰ ਹੈ, ਜਿਹਦੇ 'ਚ ਉਹਦੇ ਤੋਂ ਬਿਨਾਂ ਹੁਣ ਵੀ ਸਮੱਸਿਆ ਕਿਉਂ ਆ ਰਹੀ ਹੈ, ਹੁਣ ਵੀ ਸਮੱਸਿਆ ਇਸੇ ਤਰੀਕੇ ਨਾਲ ਆ ਰਹੀ ਹੈ ਕਿਉਂਕਿ ਫੈਸਲੇ ਤਾਂ ਮੈਜੋਰਿਟੀ ਹਾਈ ਕਮਾਂਡ ਨਹੀਂ ਕਰਨੇ ਨੇ, ਤੇ ਉਸੇ ਤਰੀਕੇ ਨਾਲ ਕਰ ਰਿਹਾ। ਇੱਕ ਇੰਡੀਵਿਜੂਅਲ ਬੰਦਾ ਕਿੰਨਾ ਰੋਲ ਨਿਭਾ ਸਕਦਾ, ਇਹ ਅਲੱਗ ਸਵਾਲ ਹੈ। ਪਰ ਉਹਨੂੰ ਇਹ ਵੀ ਦੇਖਣਾ ਪਏਗਾ ਜਿਹੜਾ ਮੋਰੈਲਿਟੀ ਦੇ ਸਵਾਲ ਨੇ, ਇਖਲਾਕ ਦੇ ਸਵਾਲ ਨੇ, ਜਿਹੜੇ ਏਜੀ ਤੇ ਉਹਦੇ ਸਵਾਲ ਦੋ ਉਠਾਏ ਗਏ ਨੇ ਵੱਡੇ, ਬਿਲਕੁਲ ਉਹ ਸੈਂਟੀਮੈਂਟ ਦਾ ਸਵਾਲ ਹੈ। ਏਜੀ ਦੇ ਮਾਮਲੇ 'ਚ ਤੇ ਡੀਜੀਪੀ ਦੇ ਮਾਮਲੇ ਨੂੰ ਉਹਨੂੰ ਬਣਾਉਣ ਲੱਗੇ ਦੇਖਿਆ ਜਾਣਾ ਚਾਹੀਦਾ ਜੇ ਚੀਫ ਮਿਨਿਸਟਰ ਉਸ ਲੈਵਲ ਤੇ ਗੱਲ ਕਰਦਾ ਸੀ। ਪਰ ਉਹਨੂੰ ਆਪਣੇ ਸਵਾਲਾਂ ਦਾ ਵੀ ਨਾਲ ਜਵਾਬ ਦੇਣਾ ਹੀ ਪਏਗਾ। ਉਦੋਂ ਬਾਅਦ ਤੁਸੀਂ ਮੋਰਲ ਗਰਾਊਂਡ ਤੇ ਵੱਡੇ ਖੜੇ ਦਿਖਾਈ ਦੇ ਰਹੇ ਹੋ। ਤੁਹਾਡਾ ਰਣਨੀਤਿਕ ਮਾਮਲਿਆਂ ਦਾ ਐਡਵਾਈਜ਼ਰ ਜਿਹੜਾ ਉਦੋਂ ਆਪਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿੰਨਾ ਚਿਰ ਰਿਹਾ, ਉਹਦੇ ਤੇ ਕਿੰਨੇ ਐਲੀਗੇਸ਼ਨ ਲੱਗਦੇ ਨੇ, ਕਿੰਨੇ ਮੁੰਡੇ ਮਾਰੇ ਨੇ, ਉਹਦੇ ਤੇ ਵੀ ਤਾਂ ਇਹੀ ਐਲੀਗੇਸ਼ਨ ਹੈ ਜਿਵੇਂ ਸੈਣੀ ਤੇ ਹੈ, ਜਿਵੇਂ ਬਾਕੀ ਤੇ ਲੱਗਦੇ ਨੇ। ਉਹਦਾ ਜਵਾਬ ਕੀ ਹੈ ਤੁਹਾਡੇ ਕੋਲ? ਤੁਸੀਂ ਬੇਅੰਤ ਸਿੰਘ ਦੀ ਪ੍ਰੇਜ਼ ਜਿਸ ਲੈਵਲ ਤੇ ਕਰਦੇ ਹੋ, ਕਿਸ ਲੈਵਲ ਦਾ ਮਨੁੱਖ ਹੈ, ਤੇ ਉਹਨੇ ਸ਼ਾਂਤੀ ਲਿਆਂਦੀ, ਤੇ ਪੰਜਾਬ ਦਾ ਇੱਕ ਬੜਾ ਵੱਡਾ ਸੈਕਸ਼ਨ ਇਹ ਕਹਿੰਦਾ ਕਿ ਉਹਨੇ ਮੁੰਡੇ ਮਰਵਾਏ ਨੇ ਬਹੁਤ ਵੱਡੇ ਪੱਧਰ ਦੇ ਉੱਤੇ। ਜਦੋਂ ਇਹ ਕੰਟਰਾਸਟ ਆਏਗਾ ਤੁਸੀਂ ਬਚ ਕੇ ਨਹੀਂ ਲੰਘ ਸਕਦੇ, ਤੁਹਾਨੂੰ ਸਟੈਂਡ ਲੈਣਾ ਹੀ ਪਏਗਾ। ਤੁਸੀਂ ਕਹੋ ਕਿ ਕੋਈ ਗਲਤੀ, ਕੋਈ ਗੱਲ ਨਹੀਂ, ਆਹ ਗੱਲ 'ਚ ਮੇਰੀ ਕਮਜ਼ੋਰੀ, ਆਹ ਗੱਲ ਮੇਰੀ ਠੀਕ ਨੇ। ਜਦੋਂ ਤੁਸੀਂ 100% ਠੀਕ ਵਾਲਾ ਰਸਤਾ ਚੁਣਦੇ ਹੋ ਤਾਂ ਮੋਰਲੀ ਸਵਾਲ ਉੱਠਣੇ ਲਾਜ਼ਮੀ ਨੇ, ਔਰ ਉਹਨਾਂ ਦਾ ਜਵਾਬ ਵੀ ਦੇਣਾ ਪਏਗਾ। ਹਾਂ, 3 ਮਹੀਨਿਆਂ 'ਚ ਕਿੰਨਾ ਕਰ ਦੋਗੇ, ਕੀ ਕਰ ਦੋਗੇ, ਪੰਜਾਬ ਦੇ ਬੁਨਿਆਦੀ ਮੁੱਦੇ ਨੇ।
ਪੰਜਾਬ ਦਾ ਵਾਤਾਵਰਣ ਦਾ ਮੁੱਦਾ ਹੈ, ਪੰਜਾਬ 'ਚ ਫੈਡਰਲਿਜ਼ਮ ਦਾ ਮੁੱਦਾ ਹੈ। ਫੈਡਰਲਿਜ਼ਮ ਤੇ ਕਾਂਗਰਸ ਕਿਵੇਂ ਲੜ ਲੇਗੀ, ਜਾਂ ਕਾਂਗਰਸ ਦੀ ਅਗਵਾਈ ਵਾਲਾ ਬੰਦਾ ਕਿਸ ਤਰ੍ਹਾਂ ਕਿੰਨਾ ਕੁ ਲੜ ਲੇਗਾ? ਜਿਹਨੇ 370 ਦੇ ਹੱਕ 'ਚ ਵੋਟ ਪਾਈ ਹੈ, ਜਿਹਨੇ ਨਾਗਰਿਕ ਸੋਧ ਬਿੱਲ ਦੇ ਹੱਕ 'ਚ ਵੋਟ ਪਾਈ ਹੈ, ਜਿਹਨੇ ਯੂਏ ਪੀਏ ਤੇ NIA ਦੇ ਹੱਕ 'ਚ ਵੋਟ ਪਾਈ ਹੈ, ਉਹ ਪਾਰਟੀ ਕਿਵੇਂ ਫੈਡਰਲਿਜ਼ਮ ਤੇ ਲੜੂਗੀ? ਇੰਪਾਵਰਮੈਂਟ ਆਫ ਪੀਪਲ ਦਾ ਏਜੰਡਾ ਹੀ ਹੈ ਨਹੀਂ। ਜਿੰਨਾ 73ਵੀਂ ਸੰਵਿਧਾਨਕ ਸੋਧ ਪੰਚਾਇਤੀ ਰਾਜ ਸਿਸਟਮ ਨੂੰ 28 ਸਾਲ ਤੋਂ ਨਾ ਨਵਜੋਤ ਸਿੱਧੂ ਦਾ ਏਜੰਡਾ ਤੇ ਨਾ ਕਾਂਗਰਸ ਪਾਰਟੀ ਦਾ ਏਜੰਡਾ ਹੈ। ਕਾਂਗਰਸ ਪਾਰਟੀ ਨੇ ਹਾਲਾਂਕਿ ਉਹ ਸੋਧ ਕਰਾਈ ਸੀ, ਤੇ ਇਸੇ ਤਰ੍ਹਾਂ 18 ਡਿਪਾਰਟਮੈਂਟ ਲੋਕਲ ਬਾਡੀ ਨੂੰ ਦੇਣੇ ਕਿਸੇ ਦਾ ਏਜੰਡਾ ਨਹੀਂ ਹੈ। ਲੋਕਾਂ ਦੀ ਇੰਪਾਵਰਮੈਂਟ ਦੇ ਜਿਹੜੇ ਕੁਐਸਚਨ ਨੇ ਔਰ ਜਿਹੜੇ ਉਹ ਸਵਾਲ ਨੇ ਕਿ ਇੱਕ ਖੇਤੀ ਦੇ ਅਲਟਰਨੇਟਿਵ ਮਾਡਲ ਦੇ ਸਵਾਲ ਨੇ, ਬਾਕੀ ਦੇ ਸਵਾਲ ਨੇ, ਇਹ ਵੱਡੇ ਸਵਾਲ ਨੇ। ਇਹਨਾਂ ਨੂੰ ਐਡਰੈਸ ਕਰਨਾ, ਜਾਂ ਤੁਸੀਂ ਨੌਕਰੀਆਂ ਕਿਵੇਂ ਦੇ ਦੋਗੇ? ਜੇ ਘਰ ਘਰ ਅਮਰਿੰਦਰ ਨਹੀਂ ਦੇ ਸਕਿਆ, ਤੁਹਾਡੇ ਕੋਲ ਕੀ ਹੈ ਤੇ ਕਿਹੜੇ ਤਰੀਕੇ ਨਾਲ ਤੁਸੀਂ ਦਿਓਗੇ? ਔਰ ਜਾਂ ਤਾਂ ਉਹਦਾ ਕੋਈ ਖਾਕਾ ਤੁਹਾਡੇ ਕੋਲ ਇਹ ਹੋਵੇ, ਕੇਵਲ ਸੈਂਟੀਮੈਂਟ ਦੇ ਆਸਰੇ ਨਹੀਂ ਹੈ। ਪੰਜਾਬ ਦੇ ਮੁੱਦੇ ਇੰਨੇ ਸੌਖੇ ਵੀ ਮੁੱਦੇ ਨਹੀਂ ਹੈ ਕਿ ਜਿਹੜਿਆਂ 'ਤੇ ਤੁਸੀਂ ਕਹਿੰਦੇ ਹੋ ਹਾਂ 2-3 ਭਾਵਨਾਤਮਕ ਇਹ ਮੁੱਦੇ ਹੈਗੇ ਨੇ ਜਿਨ੍ਹਾਂ 'ਤੇ ਬਿਲਕੁਲ ਨਸ਼ੇ ਦਾ ਸਵਾਲ ਹੈ। ਇਹ 'ਚ ਇਹ ਵੀ ਲੜਦਾ ਰਿਹਾ, ਸੁਖਜਿੰਦਰ ਰੰਧਾਵੇ ਨੇ ਵੀ ਇਹ 'ਤੇ ਸਟੈਂਡ ਲਿਆ ਅਮਰਿੰਦਰ ਦੇ ਖਿਲਾਫ ਉਦੋਂ ਤੱਕ ਲੈ ਕੇ, ਚਾਹੇ ਉਹ ਬਰਗਾੜੀ ਵਾਲਾ ਸਵਾਲ ਹੈ। ਹੁਣ ਇਸੇ ਕਰਕੇ ਮੈਨੂੰ ਲੱਗਦਾ ਚੀਫ ਮਿਨਿਸਟਰ ਨੇ ਤੇ ਹਾਈ ਕਮਾਂਡ ਨੇ ਰਲ ਕੇ ਗ੍ਰਹਿ ਮੰਤਰਾਲਾ ਉਹਨੂੰ ਦੇਤਾ ਹੈ ਸੁਖਜਿੰਦਰ ਰੰਧਾਵੇ ਨੂੰ, ਵੀ ਜੇ ਉਹਨੇ ਕੁਛ ਕੀਤਾ ਬੇਅਦਬੀ ਤੇ ਕਰਨਾ ਹੈ ਜਾਂ ਨਸ਼ੇ ਵਾਲੀ ਰਿਪੋਰਟ ਲਾਗੂ ਕਰਕੇ ਬੰਦੇ ਫੜਨੇ ਨੇ ਤਾਂ ਵੀ ਉਹ ਦੇਖ ਲੂਗਾ ਜੇ ਕਰਨਾ, ਜੇ ਨਹੀਂ ਕਰੂਗਾ ਤਾਂ ਵੀ ਉਹਦੇ ਗਲ ਪੈ ਜਾਊਗਾ ਕਿ ਤੂੰ ਨਹੀਂ ਕਿਉਂ ਨਹੀਂ ਕਰਦਾ। ਮਤਲਬ ਪੋਲੀਟਿਕਸ ਦੇ ਵਿੱਚ ਇਹ ਚੱਲਦਾ ਰਹਿੰਦਾ। ਹੁਣ ਉਹ ਕਾਨੂੰਨ ਤੋਂ ਉੱਪਰ ਦੀ ਜਾ ਕੇ ਕਿੰਨਾ ਕਰ ਪਾਉਣਗੇ ਜਾਂ ਕਾਨੂੰਨ ਮੁਤਾਬਕ ਕਿੰਨਾ ਕੁ ਫੈਸਲਾ ਕਰ ਪਾਉਣਗੇ, ਇਹ ਅਜੇ ਦੇਖਣਾ। ਬਹੁਤ ਘੱਟ ਸਮਾਂ ਬਚਿਆ। ਉਸ ਸਮੇਂ ਦੇ ਦੌਰਾਨ ਕਾਰਗੁਜ਼ਾਰੀਆਂ ਇਹਨਾਂ ਪਾਰਟੀਆਂ ਦੇ ਵਿੱਚੋਂ ਜਿਹੜੀਆਂ ਪਾਰਟੀਆਂ ਹੁਣ ਨੇ ਇਹ 'ਚੋਂ ਬਹੁਤ ਵਧੀਆ ਨਜ਼ਰ ਉਸ ਲੈਵਲ 'ਤੇ ਨਹੀਂ ਆਉਂਦੀ। ਹਾਂ, ਇੱਕ ਗੱਲ ਕਾਂਗਰਸ ਨੇ ਮਾਸਟਰ ਸਟ੍ਰੋਕ ਕੀਤਾ ਸੀ, ਇੱਕ ਦਲਿਤ ਨੂੰ ਚੀਫ ਮਿਨਿਸਟਰ ਬਣਾ ਕੇ। ਪਹਿਲਾਂ ਜਿਹੜਾ ਕਿ ਸੁਖਬੀਰ ਬਾਦਲ ਨੇ ਕੀਤਾ ਸੀ BSP ਨਾਲ ਸਮਝੌਤਾ ਕਰਕੇ, ਵੀ ਸ਼ਾਇਦ ਲੱਗਦਾ ਸੀ ਵੀ ਹੁਣ ਇਹ ਉੱਪਰ ਹੈਂਡ ਹੈ, ਤੇ ਉਹ ਅਪਰ ਹੈਂਡ ਕੀਤਾ ਸੀ। ਪਰ ਮੈਨੂੰ ਲੱਗਦਾ ਕਿ ਹੁਣ ਅੰਦਰੂਨੀ ਕਾਂਗਰਸ ਦੀ ਜਿਹੜੀ ਲੜਾਈ ਹੈ ਸ਼ਾਇਦ ਇਹ ਉਹਦੇ 'ਤੇ ਵੀ ਮਿੱਟੀ ਪਾ ਦੇ, ਜਿਵੇਂ ਕਹਿੰਦੇ ਨੇ ਵੀ ਅੱਗੇ ਸੁਹਾਗਾ ਵੀ ਪਾਇਆ ਹੁੰਦਾ ਨਾਲ ਨਾਲ ਹਲ ਚੱਲਦਾ ਜਿਹੜਾ। ਇਹ ਸੰਭਾਵਨਾ ਹੈਗੀਆਂ ਨੇ। ਪੰਜਾਬ ਦੇ ਲੋਕਾਂ ਨੂੰ ਮੈਨੂੰ ਇਹ ਲੱਗਦਾ ਕਿ ਜਿਹੜੀਆਂ 4 ਮੇਨ ਪਾਰਟੀਆਂ ਨੇ, 4 ਮੇਨ ਧੜੇ ਨੇ, BJP ਦਾ ਤਾਂ ਵਿਰੋਧ ਹੋ ਹੀ ਰਿਹਾ ਉਸ ਪੱਧਰ ਦੇ ਉੱਤੇ। ਆਮ ਆਦਮੀ ਪਾਰਟੀ ਹੈ, ਉਹ ਵੀ ਆ ਸਟਰਕਚਰ ਦੇ ਮਾਮਲੇ 'ਤੇ ਜਿਹੜੀਆਂ, ਚਾਹੇ ਫੈਡਰਲਿਜ਼ਮ ਦਾ ਮੁੱਦਾ ਚਾਹੇ ਬਾਕੀ ਦਾ, ਕੋਈ ਫਰਕ ਨਹੀਂ ਹੈ, ਸੈਂਟਰਲਾਈਜੇਸ਼ਨ ਹੈ। ਉਹੀ ਹਾਈ ਕਮਾਂਡ ਸਾਰੀਆਂ ਪਾਰਟੀਆਂ 'ਚ ਇੱਕ ਬੰਦਾ ਹੀ ਫੈਸਲੇ ਕਰਦਾ, ਬਾਕੀ ਬੰਦਿਆਂ ਦੀ ਗੱਲ ਨਹੀਂ ਸੁਣੀ ਜਾਂਦੀ। ਤੇ ਜੇਕਰ ਇਹ ਰਹੂਗਾ ਤਾਂ ਪੰਜਾਬ ਦਾ ਭਵਿੱਖ ਕਿਵੇਂ ਸੁਧਰੂਗਾ? ਪੰਜਾਬ ਦਾ ਭਵਿੱਖ ਕਿਸਾਨ ਅੰਦੋਲਨ ਚੋਂ ਦੇ ਪ੍ਰਿਜ਼ਮ ਚੋਂ ਦੇਖਣ ਦੀ ਲੋੜ ਹੈ। ਅਸਲ 'ਚ ਜਿਹੜੇ ਮੁੱਦੇ ਉਹਨੇ ਉਠਾਏ ਨੇ ਕਿ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਨੂੰ ਚੁਣੌਤੀ ਦਿੱਤੇ ਬਿਨਾਂ ਪੰਜਾਬ ਜਾਂ ਦੇਸ਼ ਦਾ ਭਵਿੱਖ ਸੁਰੱਖਿਅਤ ਨਹੀਂ। ਇਹਨਾਂ 'ਚੋਂ ਇੱਕ ਵੀ ਪਾਰਟੀ ਹੈ ਜਿਹੜੀ ਇਹ ਸਟੈਂਡ ਲੈ ਕੇ ਮੈਂ ਕਾਰਪੋਰੇਟ ਮਾਡਲ ਦੇ ਖਿਲਾਫ ਹਾਂ, ਇੱਕ ਵੀ, ਇਨਕਲੂਡਿੰਗ ਨਵਜੋਤ ਸਿੱਧੂ, ਇਨਕਲੂਡਿੰਗ ਬਾਕੀ। ਤੇ ਇਸੇ ਤਰੀਕੇ ਦੇ ਨਾਲ ਫੈਡਰਲਿਜ਼ਮ ਤੋਂ ਬਿਨਾਂ ਗੱਲ ਨਹੀਂ ਬਣਨੀ ਕਿਸੇ ਵੀ ਰੂਪ 'ਚ। ਇਹ ਮੁੱਦਾ ਵੀ ਕਿਸਾਨ ਅੰਦੋਲਨ ਦਾ ਬੜਾ ਵੱਡਾ ਮੁੱਦਾ ਹੈ। ਤੇ ਵੋਟਰ ਵਿਪ ਜਾਰੀ ਕਰਕੇ ਕਿ ਲੋਕਾਂ ਦੀ ਚੱਲੂਗੀ ਪਾਰਟੀ ਦੀ ਨਹੀਂ, ਇਹ ਵੀ ਕਿਸਾਨ ਅੰਦੋਲਨ ਦਾ ਮੁੱਦਾ ਹੈ। ਤੇ ਤੁਸੀਂ ਪਾਰਟੀਆਂ ਦੇ ਵਿੱਚ ਵੀ ਸਾਰੀ ਤਾਕਤ ਆਪਣੇ ਕੋਲ ਰੱਖਣਾ ਚਾਹੁੰਦੇ ਹੋ, ਤੁਸੀਂ ਤਾਂ ਪਾਰਟੀ ਦੇ ਵਰਕਰ ਨੂੰ ਵੀ ਦੇਣ ਲਈ ਤਿਆਰ ਨਹੀਂ ਹੋ, ਤਾਂ ਫਿਰ ਉਹਦੇ ਨਾਲ ਨਹੀਂ ਮਿਲਣਾ। ਕਿਸਾਨ ਅੰਦੋਲਨ ਦਾ ਜੇ ਕੋਈ ਫੈਸਲਾ ਹੋ ਜਾਂਦਾ ਹੈ, ਜੇਕਰ ਉਸ ਫੈਸਲੇ ਤੋਂ ਬਾਅਦ ਕੋਈ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ, ਤਾਂ ਇੱਕ ਨਵੀਂ ਤਬਦੀਲੀ ਦੀ ਜਿਹੜੀ ਏਜੰਡੇ ਦੀ ਵੀ ਤਬਦੀਲੀ ਦੀ ਜਿਹੜੀ ਲੋੜ ਹੈ, ਤੇ ਇੱਕ ਜਥੇਬੰਦਕ ਤਬਦੀਲੀ ਦੀ ਵੀ, ਜਿਹੜਾ ਸਟਰਕਚਰ ਘੱਟੋ ਘੱਟ ਸੈਂਟਰਲਾਈਜ਼ ਪਾਵਰ ਵਾਲਾ ਨਾ ਹੋਵੇ, ਉਹਦੀ ਵੀ ਲੋੜ ਹੈ। ਇਸ ਲਈ ਉਹਨੂੰ ਮਾਈਨਸ ਨਹੀਂ 2022 ਦੀ ਉਹਦੇ 'ਚੋਂ ਕੋਈ ਕਰਕੇ ਚੱਲ ਸਕਦਾ। ਕਿਸਾਨ ਅੰਦੋਲਨ ਦੀ ਜਿਹੜੀ ਕੋਈ ਚੀਜ਼ ਉੱਥੋਂ ਆਏਗੀ, ਉਹਦੀ ਗੈਰ ਹਾਜ਼ਰੀ 'ਚ ਇਕੱਲੀ ਇਹਨਾਂ ਚਿਹਰਿਆਂ 'ਤੇ ਡਿਸਕਸ ਕਰੀ ਜਾਣਾ ਮੇਰਾ ਖਿਆਲ ਹੈ ਇਹ ਅਧੂਰਾ ਪਾਣਾ ਪੰਜਾਬ ਦੀ ਸਿਆਸਤ ਦਾ। ਉਸ ਅੰਦੋਲਨ ਵੱਲ ਅਜੇ ਧਿਆਨ ਰੱਖਣਾ ਚਾਹੀਦਾ। ਉਹਨਾਂ ਨੇ ਵੀ ਇਹੀ ਕਿਹਾ ਕਿ ਅਜੇ ਵੇਟ ਕਰ ਲਓ, ਜਦੋਂ ਇਲੈਕਸ਼ਨ ਆਏਗੀ ਉਦੋਂ ਦੇਖ ਲਾਂਗੇ। ਬਿਨਾਂ ਪਾਣੀ ਮੌਜੇ ਖੋਲ੍ਹਣ ਦਾ ਕੋਈ ਫਾਇਦਾ ਨਹੀਂ ਬਹੁਤਾ। ਔਰ ਮੈਨੂੰ ਲੱਗਦਾ ਕਿ ਗੰਭੀਰ ਜੇਕਰ ਕੋਈ ਡਿਬੇਟ ਹੈ ਪੰਜਾਬ ਦੇ ਵਿੱਚ, ਤਾਂ ਉਹਨਾਂ ਮੁੱਦਿਆਂ 'ਤੇ ਚੱਲਣੀ ਚਾਹੀਦੀ ਹੈ ਜਿਹੜੇ ਮੁੱਦੇ ਪੰਜਾਬ ਦੇ ਮੁੱਦੇ ਕਿਸਾਨ ਅੰਦੋਲਨ ਨੇ ਖੜੇ ਕੀਤੇ ਨੇ। ਇਹ ਦੇਸ਼ ਦੇ, ਦੁਨੀਆ ਦੇ ਤੇ ਪੰਜਾਬ ਦੇ ਮੁੱਦੇ ਨੇ, ਤੇ ਉਹਦੇ ਪਾਸੇ ਚੱਲ ਕੇ ਹੀ ਪੰਜਾਬ ਦੀ ਸਿਆਸਤ ਬਦਲੂਗੀ। ਇਸੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਅੰਦਰ ਭਾਵੇਂ ਜਿਹੜਾ ਕਾਟੋ ਕਲੇਸਾ ਜਾਂ ਜਿਹੜੀਆਂ ਹੋਰ ਵੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਸੱਤਾ ਦੀ ਕੁਰਸੀ ਹਾਸਲ ਕਰਨ ਲਈ ਤਰਲੋ ਮੱਛੀ ਨੇ, ਪਰ ਪੰਜਾਬ ਦੇ ਮੁੱਦੇ ਗਾਇਬ ਨੇ। ਜੇਕਰ ਮੁੱਦਿਆਂ ਦੀ ਪੋਲਿਟਿਕਸ ਹੈ ਜਿਹੜੀ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਔਰ ਇਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਹੈ ਜਿਹੜਾ ਦੁਨੀਆ ਦਾ ਵੱਡਾ ਅੰਦੋਲਨ ਹੈ, ਜੇਕਰ ਉਸ ਦੇ ਵਿੱਚੋਂ ਕੋਈ ਚੋਣਾਂ ਦੇ ਨੇੜੇ ਜਾ ਕੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆਉਂਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਸਮਝਦਾਰੀ ਨਾਲ ਇੱਕ ਇਮਾਨਦਾਰ ਤੇ ਸੁਲਝੇ ਹੋਏ ਆਗੂ ਜਦ ਤੱਕ ਅਸੀਂ ਨਹੀਂ ਚੁਣਾਂਗੇ, ਉਦੋਂ ਤੱਕ ਪੰਜਾਬ ਦਾ ਭਲਾ ਹੋਣਾ ਜਿਹੜਾ ਉਹ ਸੰਭਵ ਨਹੀਂ ਹੈ। ਮੈਨੂੰ ਗੁਰਤੇਜ ਥੂਈ ਨੂੰ ਦਿਓ ਇਜਾਜ਼ਤ। ਧੰਨਵਾਦ।
ओ छड़ते छबीलिया जवान मुंडिया बड़ा सोहना नचदा मैदान मुंडिया आशिकां च अपना शुमार कर ले वे आजा प्यार कर ले वे